ਜੇ ਇਹਨਾਂ ਦਾ ਕੋਈ ਰੀਅਲ ਮੀਨਿੰਗ ਦੇਖਣਾ ਹੋਵੇ, ਵੀ ਕੈਨ ਫਾਈਂਡ ਦ ਰੀਅਲ ਮੀਨਿੰਗ ਇਨ ਲਾਈਫ ਇਟਸੈਲਫ। ਉਹ ਜੀਵਨ ਦੇ ਵਿੱਚੋਂ ਹੀ ਗੁਰਬਾਣੀ ਦਾ ਸਹੀ ਮਤਲਬ ਸਾਹਮਣੇ ਆਉਂਦਾ ਹੈ। ਆਈ ਵਾਂਟ ਟੂ ਸ਼ੇਅਰ ਦੈਟ ਸਟੋਰੀ ਵਿਦ ਯੂ। ਔਰ ਫਿਰ ਦੇਖੋ ਕਿ ਉਹ ਇਹਨਾਂ ਪੰਕਤੀਆਂ ਨੂੰ ਕਿੰਨਾ ਸੋਹਣਾ ਐਕਸਪਲੇਨ ਕਰਦੀ ਹੈ ਉਹ ਸਟੋਰੀ, ਉਹ ਰੀਅਲ ਲਾਈਫ ਆਪਣੇ ਆਪ ਵਿੱਚ। ਉਂਝ ਅਸੀਂ ਜਿੰਨੇ ਮਰਜ਼ੀ ਅਰਥ ਪੜ੍ਹ ਲੈਂਦੇ ਆ, ਪਰ ਉਹ ਗੱਲ ਬਣਦੀ ਨਹੀਂ। ਤਾਂ ਚਲੋ ਦੇਖਦੇ ਹਾਂ ਇੱਕ ਵਿਅਕਤੀ ਦੇ ਜੀਵਨ ਵਿੱਚੋਂ ਅਸੀਂ ਜਾਣੀਏ ਕਿ ਕਿਵੇਂ ਗੁਰਬਾਣੀ ਦੀ ਇਹ ਜੋ ਦੋ ਪੰਕਤੀਆਂ ਨੇ, ਇਹਨਾਂ ਦੇ ਕੀ ਅਰਥ ਨਿਕਲਦੇ ਨੇ, ਇਹਨਾਂ ਦੇ ਕੀ ਭਾਵ ਨਿਕਲਦੇ ਨੇ। ਵਾਟ ਆਰ ਦ ਰੀਅਲ ਮੀਨਿੰਗਸ ਆਫ ਥੀਸ ਬਿਊਟੀਫੁਲ ਲਾਈਨਸ from Gurbani। ਜੇ ਸੁਖ ਦੇਹੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਤੇ ਆਈ। So the story is about a person called Károli. Károli was born in Budapest, Hungary। ਹੰਗਰੀ ਦੇਸ਼ ਦੇ ਵਿੱਚ in 1910 ਵਿੱਚ ਕੈਰੋਲੀ ਦਾ ਜਨਮ ਹੋਇਆ ਤੇ ਬਚਪਨ ਤੋਂ ਉਹਦਾ ਸੁਪਨਾ ਸੀ, he had a dream to be the best pistol shooter of all time। ਉਹ ਦੁਨੀਆ ਦਾ ਸਭ ਤੋਂ ਵਧੀਆ ਨਿਸ਼ਾਨੇਬਾਜ਼ ਬਣਨਾ ਚਾਹੁੰਦਾ ਸੀ। By 1936, he already was the best pistol shooter in his own country, but he wanted to rock the world। ਉਹ ਆਪਣੇ ਦੇਸ਼ ਦਾ ਤੇ ਸਭ ਤੋਂ ਵਧੀਆ ਸ਼ੂਟਰ ਬਣ ਗਿਆ, but he wanted to rock the world। He decided to show his mettle in the 1940 Tokyo Olympics। ਸਾਰਿਆਂ ਨੂੰ ਪਤਾ ਸੀ ਕਿ ਬੈਸਟ ਸ਼ੂਟਰ ਹੈ ਦੇਸ਼ ਦਾ, ਤੇ ਇਹ 올림픽ਸ ਦੇ ਵਿੱਚ 1940 ਵਿੱਚ ਵਧੀਆ ਪਰਫਾਰਮ ਕਰੇਗਾ। He was the best after all। But since fate loves irony, ਪਰ ਜੀਵਨ ਵਿੱਚ ਕੁਝ ਹੋਰ ਹੋਣਾ ਸੀ, ਨਰ ਚਾਹਤ ਕੁਝ ਔਰ। He was met with an accident, ਇੱਕ horrific accident ਹੋ ਗਿਆ in 1938 ਵਿੱਚ during an army training session। A grenade exploded in his right hand। ਸੱਜੇ ਹੱਥ ਵਿੱਚ ਇੱਕ ਬੰਬ ਫਟ ਗਿਆ ਔਰ ਬਸ ਇਸੇ ਤਰ੍ਹਾਂ ਹੀ ਜਿਹੜਾ ਰਾਈਟ ਹੈਂਡ, ਜਿਹੜਾ ਸੱਜਾ ਹੱਥ which was the best pistol shooter in the country, that hand was gone। ਉਹ ਹੱਥ ਚਲਾ ਗਿਆ ਜਿਹਦੇ ਨਾਲ ਉਹ ਫਾਇਰਿੰਗ ਕਰਦਾ ਸੀ, ਸ਼ੂਟ ਕਰਦਾ ਸੀ, ਗੋਲੀ ਚਲਾਉਂਦਾ ਸੀ, ਤੇ ਉਹਦਾ ਸਾਰਾ ਡ੍ਰੀਮ ਜਿਹੜਾ ਹੈ it was shattered। he was devastated। he was in unbearable pain। ਹੁੰਦਾ ਹੈ ਨਾ ਸਾਡੇ ਨਾਲ, ਜਦੋਂ ਕੁਝ ਚਲਾ ਗਿਆ, he lost his hand, he lost his dream। ਉਹਦਾ ਸੁਪਨਾ ਸੀ, ਉਹ ਹੱਥ ਉਹਦਾ ਕਰਾਮਾਤੀ ਹੱਥ ਕਹਿ ਲਈਏ ਜਿਹਦੇ ਨਾਲ ਉਹਨੇ ਪ੍ਰੈਕਟਿਸ ਕੀਤੀ ਸੀ। he lost his vision, he lost his focus, but he didn't lose himself। ਉਹਨੇ ਆਪਣਾ ਆਪ ਨਹੀਂ ਗਵਾਇਆ। he had two options। ਦੋ ਹੀ ਆਪਸ਼ਨ ਸੀ ਉਹਦੇ ਕੋਲ। one to cry for the rest of his life and blame God, fate, destiny or karma। ਉਹ ਉਲਾਮੇ ਦਿੰਦਾ ਰੱਬ ਨੂੰ ਕਿ ਆ ਕਿਉਂ ਹੋ ਗਿਆ, ਇਦਾਂ ਕਿਉਂ ਹੋਇਆ, ਕਿਸਮਤ ਮਾੜੀ ਸੀ। ਤੇ ਦੂਜਾ ਸੀ to forget about what he lost and focus on what he had। ਕਿ ਉਸ ਚੀਜ਼ ਤੇ ਫੋਕਸ ਕਰਾਂ ਜੋ ਹੈ। and 99% of the world they would choose choice one, which is why 99% of people are unsuccessful। ਜ਼ਿਆਦਾਤਰ ਅਸੀਂ ਰੋਣ ਧੋਣ ਵਿੱਚ ਰੱਬ ਨੂੰ ਉਲਾਮੇ, ਕਿਸਮਤ ਨੂੰ ਉਲਾਮੇ ਦੇਣ ਚ ਕੱਢ ਲੈਂਦੇ ਹਾਂ, ਪਰ ਕੈਰਲੀ wasn't in those 99%। he chose the choice two। but what was he left with now? ਉਹਦੇ ਕੋਲ ਬਚਿਆ ਕੀ ਸੀ? his dream was gone, his hand wasn't there। ਜਿਹੜੇ ਹੱਥ ਨਾਲ ਸ਼ੂਟ ਕਰਦਾ ਸੀ ਉਹ ਵੀ ਚਲਾ ਗਿਆ। ਹੁਣ ਬੱਚਿਆਂ ਦੇ ਕੋਲ ਸਿਰਫ ਇੱਕ ਲੈਫਟ ਹੈਂਡ, ਇੱਕ ਖੱਬਾ ਹੱਥ ਸੀ। Genius, wasn't he? Right after his operation, he didn't waste another second। ਉਹਨੇ ਟਾਈਮ ਬਰਬਾਦ ਨਹੀਂ ਕੀਤਾ। ਜਦੋਂ ਸੱਜਾ ਹੱਥ ਕੱਟਿਆ ਗਿਆ, ਉਹਦੇ ਬਾਅਦ ਆਪਰੇਸ਼ਨ ਤੋਂ ਬਾਅਦ ਉਹਨੇ he put all his efforts, his time, his dedication, his passion, ਹਰ ਚੀਜ਼ ਉਹਨੇ ਆਪਣਾ ਸਮਾਂ ਜਿਹੜਾ ਹੈ ਉਹਨੇ ਇਸ ਹੱਥ ਤੇ ਲਗਾਤਾ। the only hand he was left with। After 1 year of rigorous, relentless training, he returned to participate in the national championship in 1939। 1939 ਵਿੱਚ ਉਹ ਆਪਣੇ ਦੇਸ਼ ਦੀ ਦੁਬਾਰਾ ਤੋਂ ਚੈਂਪੀਅਨਸ਼ਿਪ ਵਿੱਚ ਆਇਆ ਖੱਬੇ ਹੱਥ ਦੇ ਨਾਲ। ਜਿਹੜੇ ਹੋਰ ਪਾਰਟਿਸਿਪੈਂਟ ਸੀ ਉੱਥੇ ਉਹਦੇ ਕੋਲ ਗਏ and they thanked him for coming forward to support and cheer them। ਉਹਨਾਂ ਨੂੰ ਲੱਗਾ ਕਿ ਇਹ ਸਾਡੇ ਵਾਸਤੇ ਆਇਆ, ਸਾਨੂੰ ਚੀਅਰ ਕਰਨ ਵਾਸਤੇ, ਸਾਨੂੰ ਹੌਸਲਾ ਦੇਣ ਲਈ, because he was once the best। ਇੱਕ ਵੇਲੇ ਸਭ ਤੋਂ ਵਧੀਆ ਉਹ ਸੀ, ਪਰ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਇਹ ਸਿਰਫ ਸਾਨੂੰ ਚੀਅਰ ਅਪ ਕਰਨ ਆਇਆ। ਉਹਨਾਂ ਨੂੰ ਇਹ ਸਮਝ ਹੀ ਨਹੀਂ ਸੀ। they didn't know that he was there to compete and win, but he was there to compete and win। nobody knew that he was still training। ਕਿਸੇ ਨੂੰ ਨਹੀਂ ਸੀ ਪਤਾ ਕਿ ਉਹ ਦੁਬਾਰਾ ਟ੍ਰੇਨਿੰਗ ਕਰ ਰਿਹਾ, and that his dream of becoming the best pistol shooter was more than alive।
ਸਾਰਿਆਂ ਨੂੰ ਇਹੀ ਲੱਗਦਾ ਸੀ ਕਿ ਸੱਜਾ ਹੱਥ ਚਲਾ ਗਿਆ, ਰਾਈਟ ਹੈਂਡ ਗੋਨ, everything is gone. But naturally, his competitors were surprised. When the competition began, everyone else was competing with their best hand. ਬਾਕੀ ਸਾਰਿਆਂ ਕੋਲ ਆਪਣਾ ਸੱਜਾ ਹੱਥ ਜਿਹਦੇ ਨਾਲ ਉਹ ਪ੍ਰੈਕਟਿਸ ਕਰ ਰਹੇ ਸੀ ਉਹ ਹੈ ਹੀ ਸੀ, but Kerala was competing with his only hand. ਉਹਦੇ ਕੋਲ ਸਿਰਫ ਇੱਕੋ ਹੀ ਹੱਥ ਸੀ, ਉਹਦੇ ਨਾਲ ਕੰਪੀਟ ਕਰ ਰਿਹਾ ਸੀ। And lo and behold, the man with the only hand won the championship. 1939 ਦੇ ਵਿੱਚ ਉਹਨੇ ਉਹ ਚੈਂਪੀਅਨਸ਼ਿਪ ਜਿੱਤੀ, ਆਪਣੇ ਦੇਸ਼ ਦਾ ਦੁਬਾਰਾ ਤੋਂ ਬੈਸਟ ਬਣਿਆ। But he didn't stop there. His vision was crystal clear. He braced himself for the Tokyo Olympics to finally make his dream come true. 1940 ਵਿੱਚ 올림픽ਸ ਹੋਣੇ ਸੀ, ਉਹਦਾ ਧਿਆਨ ਉਧਰ ਸੀ। ਪਰ ਫਿਰ ਕਿਸਮਤ, due to World War II, the 1940 Olympics got cancelled and his dream remained a dream. ਉਹਦਾ ਸੁਪਨਾ ਹੀ ਰਹਿ ਗਿਆ। ਵਰਲਡ ਵਾਰ ਕਰਕੇ ਕੈਂਸਲ ਹੋ ਗਿਆ। ਫਿਰ ਉਹਨੇ ਸੋਚਿਆ ਕੋਈ ਗੱਲ ਨਹੀਂ, 1944 ਵਿੱਚ 1944 ਵਿੱਚ there will be again Olympics, but it seemed like destiny had some other plans for him. 1944 Olympics also got cancelled, ਉਹ ਵੀ ਕੈਂਸਲ ਹੋ ਗਈ। But he did not leave his dream. He was aiming at the 1948 Olympics. In 1938, 1938 ਵਿੱਚ 28 ਸਾਲਾਂ ਦਾ ਸੀ। Now in 1948 he was 38 ਸਾਲਾਂ ਦਾ ਹੋ ਚੁੱਕਿਆ। ਦੇਖੋ, ਜਦੋਂ ਉਮਰ ਵੱਧਦੀ ਹੈ, it becomes difficult to compete with the new blood. ਨਵੇਂ ਜਵਾਨ ਉੱਥੇ ਆ ਗਏ ਜਿਨ੍ਹਾਂ ਦਾ ਹੱਥ ਵੀ ਤਗੜਾ ਆ, ਜਿਨ੍ਹਾਂ ਦੀਆਂ ਅੱਖਾਂ ਵੀ ਤੇਜ਼ ਨੇ। But Kerala didn't understand hard. He was still adamant and was crazily obsessed with his dream. ਉਹਨੇ ਆਪਣੇ ਡ੍ਰੀਮ ਤੇ ਫੋਕਸ ਰੱਖਿਆ, ਟ੍ਰੇਨਿੰਗ ਲਗਾਤਾਰ ਜਾਰੀ ਰੱਖੀ। When the Olympics did happen in 1948, champions from all around the world were competing with their best hand. ਦੁਨੀਆ ਦੇ ਦੂਰੋਂ ਚੈਂਪੀਅਨ ਆਏ 1948 ਵਿੱਚ। ਉਹਨਾਂ ਕੋਲ ਆਪਣਾ ਹੱਥ ਸੀ ਬੈਸਟ, ਪਰ ਕੈਰਲੀ ਕੋਲ ਸਿਰਫ ਇੱਕੋ ਹੀ ਹੱਥ ਸੀ ਜੋ ਬਚਿਆ ਸੀ, ਜਿਹਦੇ ਨਾਲ ਉਹਨੇ ਪ੍ਰੈਕਟਿਸ ਕੀਤੀ ਸੀ, ਟ੍ਰੇਨਿੰਗ ਕੀਤੀ ਸੀ। And as you could have guessed, the man with the only hand struck gold. ਉਹਨੇ ਗੋਲਡ ਮੈਡਲ ਜਿੱਤਿਆ finally. But he didn't stop there. ਉਹ ਫਿਰ ਵੀ ਉੱਥੇ ਰੁਕਿਆ ਨਹੀਂ। 1952 Olympics, Kerala Takas ਦੁਬਾਰਾ ਗੋਲਡ ਜਿੱਤਿਆ। He became the only person in history to have won 2 Olympic gold medals in the 25-meter pistol event, and that also with only one hand that was left with him. ਜੇ ਸੁਖ ਦੇਹੀਂ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਤੇ ਆਈ। ਹੱਥ ਚਲਾ ਗਿਆ, ਪਰ ਉਸ ਦਾ ਧਿਆਨ ਇਸ ਚੀਜ਼ ਤੇ ਰਿਹਾ ਕਿ ਮੈਨੂੰ ਪ੍ਰਮਾਤਮਾ ਨੇ ਬਣਾਇਆ ਹੈ। ਤੋ ਕੋਸਣਾ, ਸ਼ਿਕਾਇਤਾਂ ਕਰਨੀਆਂ, ਬਲੇਮਿੰਗ ਡੈਸਟਨੀ ਔਰ ਕਰਮਾ ਔਰ ਫੇਟ ਔਰ ਵਾਟ ਐਵਰ ਔਰ ਗॉड, that is, ਉਹ ਨਿਸ਼ਾਨੀ ਹੈ ਕਮਜ਼ੋਰ ਵਿਅਕਤੀ ਦੀ। ਜਦੋਂ ਮੇਰਾ ਧਿਆਨ ਸੁੱਖ ਜਾਂ ਦੁੱਖ ਵਿੱਚ ਨਾ ਰਵੇ, ਜੇ ਸੁੱਖ ਦੇਹੀ, ਜੇ ਸੁੱਖ ਆਇਆ ਤਾਂ ਵੀ ਧਿਆਨ ਉਧਰ ਹੋਵੇ, ਜੇ ਦੁੱਖ ਆਇਆ ਤਾਂ ਵੀ ਧਿਆਨ ਉਧਰ ਹੋਵੇ। ਸੁੱਖ ਆ ਰਿਹਾ ਹੈ ਕਿ ਦੁੱਖ ਆ ਰਿਹਾ, ਪ੍ਰੋਬਲਮਸ ਆ ਰਹੀਆਂ ਨੇ ਜਾਂ ਰਿਵਾਰਡਸ ਆ ਰਹੇ, ਮੇਰਾ ਧਿਆਨ ਉਹਨਾਂ 'ਚ ਨਾ ਹੋ ਕੇ ਫੋਕਸ ਉੱਥੇ ਹੋਵੇ ਜੋ ਮੇਰਾ ਲਾਈਫ ਸੋਰਸ ਹੈ, ਜਿਹਨੇ ਇੰਨੀ ਸ਼ਕਤੀ ਮੈਨੂੰ ਦਿੱਤੀ ਹੋਈ ਹੈ। ਰਾਈਟ ਹੈਂਡ ਚਲਾ ਗਿਆ, ਕੋਈ ਗੱਲ ਨਹੀਂ, ਆਈ ਐਮ ਲੈਫਟ ਵਿਦ ਮਾਈ left hand, and with that only hand, Kerala won 2 successive gold medals. And that's what a real life can teach us about living, about Gurbani. ਜੇ ਗੁਰਬਾਣੀ ਨੂੰ ਸਮਝਣਾ ਹੋਵੇ, ਆਪਣੇ ਆਲੇ ਦੁਆਲੇ ਆਪਣੇ ਜੀਵਨ, ਆਪਣੇ ਗੁਰੂ ਸਾਹਿਬਾਨਾਂ, ਆਪਣੇ ਪੂਰਵਜਾਂ, ਆਪਣੇ ਵੱਡੇ ਵਡੇਰਿਆਂ ਦਾ ਜੀਵਨ ਦੇਖੀਏ। ਜਿਨ੍ਹਾਂ ਜੀਵਨ ਨੂੰ ਦੇਖ ਕੇ ਸਮਝਾਂਗੇ, ਉਹਨਾਂ ਅਸੀਂ ਸ਼ਾਇਦ ਉਦਾਂ ਨਾ ਸਮਝ ਸਕੀਏ।